ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਗੁਰਬਾਣੀ ਗੁਰੂ ਵਿੱਚ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੀ, ਸਾਨੂੰ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਆ ਕੇ ਸਾਡਾ ਜੋ ਮਨ ਹੈ, ਇਹ ਮਨ ਨੇ ਪਿਆਰ ਪਾ ਲਿਆ ਮਾਇਆ ਦੇ ਨਾਲ। ਮਾਇਆ ਦੇ ਨਾਲ ਇਹਦਾ ਜੋ ਪਿਆਰ ਉਹ ਘਨੇਰਾ ਬਹੁਤ ਜ਼ਿਆਦਾ। ਹੁਣ ਸਾਡਾ ਇੱਧਰੋਂ ਮਾਇਆ ਵੱਲੀਆਂ ਕਿਵੇਂ ਪਿਆਰ ਟੁੱਟੇ ਤੇ ਸਾਡਾ ਪਰਮਾਤਮਾ ਦੇ ਨਾਲ ਪਿਆਰ ਵਿੱਚ, ਉਹਦੇ ਵਾਸਤੇ ਫਿਰ ਸਾਨੂੰ ਸਮਝਾਉਂਦੇ ਸਤਿਗੁਰੂ ਵੀ ਕੋਈ ਇਹਦੇ 'ਤੇ ਵਿਚਾਰ ਕਰੋ, ਗਿਆਨੀਆਂ ਨੂੰ, ਗੁਰਮੁਖਾਂ ਨੂੰ, ਬਈ ਸਾਡੇ ਮਨ ਦੀ ਖਲਾਸੀ ਕਿਵੇਂ ਹੋਵੇ, ਸਾਡੇ ਮਨ ਦਾ ਨਵੇੜਾ ਹੋਵੇ ਕਿਵੇਂ। ਸਤਿਗੁਰੂ ਫਰਮਾਉਂਦੇ, ਇਸ ਮਨ ਮਾਇਆ ਕੋ ਨੇਹ ਘਨੇਰਾ, ਕੋਈ ਬੂਝੋ ਗਿਆਨੀ ਕਰੋ ਨਵੇੜਾ। ਵੀ ਮਨ ਦਾ ਬੜਾ ਨੇਹ, ਬੜਾ ਪਿਆਰ ਇਹ ਮਾਇਆ ਦੇ ਨਾਲ। ਮਾਇਆ ਕੀ ਹੈ? ਮਾਇਆ ਦੋ ਪ੍ਰਕਾਰ ਦੀ। ਇੱਕ ਮਾਇਆ ਹੈ ਇਹ ਜੋ ਸਰੀਰ ਦ੍ਰਿਸ਼ਟਮਾਨ, ਇਹ ਮਾਇਆ ਦਾ ਮੂਲ ਹੈ। ਜਦੋਂ ਅਸੀਂ ਇਹ ਸਰੀਰ ਦੇ ਨਾਲ ਪਿਆਰ ਪਾ ਲੈਂਦੇ, ਆਕਾਰ ਦੇ ਨਾਲ ਪਿਆਰ ਪਾ ਲੈਂਦੇ,
ਪਰਮਾਤਮਾ ਨਿਰੰਕਾਰ ਤੋਂ ਬੇਮੁਖ ਹੋ ਜਾਂਦੇ ਆ, ਹੁਕਮ ਤੋਂ ਆਕੀ ਹੋ ਜਾਂਦੇ ਸੀ। ਫਿਰ ਉਦੋਂ ਕਹਿੰਦੇ ਵੀ ਇਹ ਦੂਜੇ ਨਾਲ ਜੁੜੇ ਨੇ। ਦੂਜਾ ਕੀ ਹੈ? ਇਹ ਮਾਇਆ। ਮਾਰੇ ਫਰਮਾਉਂਦੇ ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਏ। ਇਹ ਜਿਹੜਾ ਸਰੀਰ ਹੈ ਮਾਇਆ ਹੈ। ਜਿਵੇਂ ਸਾਡਾ ਇਹ ਸਰੀਰ ਹੈ, ਇਸੇ ਤਰ੍ਹਾਂ ਹੀ ਗਾਂ ਆਕਾਰ ਨੇ, ਚਾਹੇ ਉਹ ਸਾਡੇ ਮਾਂ ਪਿਓ ਦੇ ਰੂਪ ਵਿੱਚ, ਚਾਹੇ ਭੈਣ ਭਰਾ ਨੇ, ਧੀਆਂ ਪੁੱਤਰ ਨੇ, ਸੰਗੀ ਸਾਥੀ ਨੇ। ਜਿਹੜੇ ਸਰੀਰ, ਇਹ ਸਾਰੀ ਸਰੀਰ ਮਾਇਆ। ਤੇ ਦੂਸਰੀ ਮਾਇਆ ਹੈ ਸੂਖਮ ਤ੍ਰੈ ਗੁਣ, ਜਿੱਥੇ ਵਿਚਾਰ ਚੱਲਦੇ, ਜਿੱਥੇ ਫੁਰ ਨਹੀਂ ਚੱਲਦੀ। ਇਹ ਵਿਚਾਰਾਂ ਨੂੰ ਮਾਇਆ ਕਹਿੰਦੇ। ਚਾਹੇ ਉਹ ਵਿਚਾਰ ਸਾਡੇ ਰਜੋ ਗੁਣੀ ਨੇ, ਚਾਹੇ ਤਮੋ ਗੁਣੀ ਨੇ, ਚਾਹੇ ਸਤੋ ਗੁਣੀ ਨੇ। ਜਦੋਂ ਸਾਡਾ ਮਨ ਵਿਚਾਰਾਂ 'ਚ ਹੁੰਦਾ, ਉਦੋਂ ਕਹਿੰਦੇ ਵੀ ਮਾਇਆ ਦੇ ਵਿੱਚ, ਭਰਮ ਦੇ ਵਿੱਚ ਚਲਾ ਗਈ। ਮਾਰੇ ਫਰਮਾਉਂਦੇ ਰਜ ਗੁਣ, ਭਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿਨੀ ਪਰਮ ਪਦ ਪਾਇਆ। ਬਈ ਇਹ ਜੋ ਤ੍ਰੈ ਗੁਣ ਨੇ, ਇਹ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਮਾਇਆ। ਇਹ ਮਾਇਆ ਦੇ ਵਿੱਚ ਸਾਡਾ ਮਨ ਸੁੱਤਾ ਹੋਇਆ, ਭਰਮ ਦੇ ਵਿੱਚ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆਂ ਰਹਿਣ ਵਿਹਾਣੀ। ਵੀ ਸੁਤਿਆਂ ਦਾ ਜੀਵਨ ਬੀਤਦਾ ਜਾ, ਸੁਤਿਆਂ ਦੀ ਉਮਰ ਸਾਰੀ ਲੰਘ ਜਾਂਦੀ। ਹੌਲੇ ਸੁੱਤਾ ਹੋਇਆ ਜਾਗਦਾ ਕਿਉਂ ਨਹੀਂ ਮਨ? ਕਿਉਂਕਿ ਇਹਨੇ ਮਾਇਆ ਦੇ ਨਾਲ ਪਿਆਰ ਪਾਇਆ। ਇਹ ਮਾਇਆ ਜਾਗਣ ਨਹੀਂ ਦਿੰਦੀ। ਮਾਰੇ ਹੀ ਕਹਿੰਦੇ ਵੀ ਮਨਮੁਖ ਕਿਵੇਂ ਸੁੱਤਾ ਹੈ। ਸਤਿਗੁਰ ਕਹਿੰਦੇ ਮਨਮੁਖ ਸੂਤਾ ਮਾਇਆ ਮੋਹ ਪਿਆਰ। ਵੀ ਮਾਇਆ ਦੇ ਮੋਹ ਦੇ ਵਿੱਚ, ਮਾਇਆ ਦੇ ਪਿਆਰ ਦੇ ਵਿੱਚ ਇਹ ਸਾਡਾ ਮਨ ਸੌਂ ਗਿਆ, ਭਰਮ ਦੇ ਵਿੱਚ ਪੈ ਗਏ। ਹੁਣ ਇਹ ਜਿਹੜਾ ਸਰੀਰ ਸਾਨੂੰ ਨਜ਼ਰ ਆਉਂਦਾ ਹੈ, ਜਿਹਨੂੰ ਅਸੀਂ ਦੇਖ ਕੇ ਕਹਿੰਦੇ ਹਾਂ ਵੀ ਅਸੀਂ ਇਹਨੂੰ ਪਿਆਰ ਕਰਦੇ, ਫਿਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜੋ ਸਰੀਰ ਜਿਹਨੂੰ ਤੁਸੀਂ ਪਿਆਰ ਕਰਦੇ ਹੋ, ਇਹਦੇ ਅੰਦਰ ਦੇਖੋ, ਇਹਦੇ ਅੰਦਰ ਕੀ ਹੈ। ਹੁਣ ਸਾਨੂੰ ਇਹਦੇ ਅੰਦਰ ਪਤਾ ਨਹੀਂ ਲੱਗਦਾ। ਅਤੇ ਸਤਿਗੁਰੂ ਦੱਸਦੇ ਵੀ ਇਹਦੇ ਅੰਦਰ ਵਿਸ਼ਟਾ ਹੈ, ਗੰਦਗੀ ਹੈ, ਹੱਡੀਆਂ ਖੂਨ ਹੈ, ਅਤੇ ਉੱਤੇ ਇਹਦੇ ਚਮਲ ਲਪੇਟਿਆ ਹੋਇਆ। ਹੋਰ ਇਹਦੇ ਵਿੱਚ ਗੰਦਗੀ ਤੋਂ ਸਿਵਾ ਕੁਛ ਨਹੀਂ ਹੈ। ਮਾਰੇ ਫਰਮਾਉਂਦੇ ਵਿਸ਼ਟਾ ਅਸਤ ਰਕਤ ਪਰੀਟੀ ਚਾਮ, ਤੇ ਸੋ ਪਰਲੇ ਰੱਖਿਓ ਗਮਾਨ। ਬਈ ਮਨਮੁਖ ਜਿਹੜਾ ਹੰਕਾਰ ਵੀ ਕਰਦਾ ਅਤੇ ਗੰਦਗੀ ਤੋਂ। ਇਸ ਵਾਸਤੇ ਫਿਰ ਜਿਹੜਾ ਸਾਡਾ ਘਰ ਹੈ, ਫਿਰ ਘਰ ਨਿਜ ਮਹਿਲ, ਉਹ ਬਹੁਤ ਸੋਹਣਾ ਬਣਾਇਆ। ਉਹਦੇ ਵਿੱਚ ਮਨ ਲਈ ਸਾਰੀਆਂ ਸੁੱਖ ਸਹੂਲਤਾਂ ਰੱਖੀਆਂ। ਮਨ ਦਾ ਭੋਜਨ ਹੈ ਅੰਮ੍ਰਿਤ, ਨਾਮ ਰਤਨ ਹੈ। ਜਿੱਥੇ ਮਨ ਨੇ ਇਸ਼ਨਾਨ ਕਰਨਾ, ਪੂਜਾ ਕਰਨੀ, ਸਾਰੀਆਂ ਸੁੱਖ ਸਹੂਲਤਾਂ ਮਨ ਲਈ ਉਹ ਫਿਰ ਘਰ ਦੇ ਵਿੱਚ ਰੱਖੀ। ਉਹਨੂੰ ਹਰਮੰਦਰ ਕਹਿੰਦੇ। ਮਾਰੇ ਕਹਿੰਦੇ ਹਰ ਕਾ ਮੰਦਰ ਸੋਹਣ, ਕੀਆ ਕਰਨੇ ਹਾਰ। ਰਵ ਸਸ ਦੀਪ ਅਨੂਪ ਜੋਤ, ਤ੍ਰੈ ਭਵਨ ਜੋਤ ਅਪਾਰ। ਹਟ ਪਟਣ ਗੜ ਕੋਠੜੀ, ਸੱਚਾ ਸੌਦਾ ਵਪਾਰ। ਉੱਥੇ ਸੱਚਾ ਸੌਦਾ ਹੁੰਦਾ। ਇੱਧਰ ਮਾਇਆ ਦੇ ਵਿੱਚ
इधर सारा झूठ ही झूठ, इधर जिन्ना भी सौदा सब झूठ का। हुणे माया का मोहिया होया मन, इधर आशा अभिलाषा तृष्णावां दे विच चलदा। जीव दीयां ख्वाहिशां बहुत ने, आशावां बहुत ने, भी मैनूं आ भी चाहिए वो भी चाहिए। हुण इहदियां जिहड़ियां इच्छावां वो सानूं छुट्टण नहीं दिंदियां इत्थों माया दे विच, वो सानूं निकल नहीं दिंदियां। ये आशा अभिलाषा तृष्णा, इस वास्ते फिर महाराज कहते भी ये आसा दे विच जीव भरम दे विच बहुत सुते ने। आसा विच सुते कई लोई, भी ये जिहड़ी लुकाई आशा अभिलाषा दे विच छुती पई, मन सुते पए ने। हुण ये आशावां जीव दीयां पूरीआं नहीं हुंदियां कदे भी, क्योंकि एक आसा तो उदों गां 10 होर आशावां, होर गां दी गां होर वधदी जांदी। इसलिए महाराज कहते भी जीव आसा दे विच ही जमदा, आसा च ही जिउंदा ते आसा च ही मर जांदा। उहदी आस कदे पूरी नहीं हुंदी मनमुख दी। सतगुरु कहते आसा अंदर जमे आ, आसा रस का सखाई, आसा बंद चलाइए मूँहे मूँह चोटां खाई। बई आसा दे विच ही ये मर जांदा, इहदी आसा खत्म नहीं हुंदी, वो पूरी नहीं हुंदी। ताइयों महाराज कहते आसा करता जग मूआ, आसा मरी ना जाए। बई ये आसा करदा ही जगत दे विच जीव खत्म हो जाता है, आसा ना खत्म होंदी ना जीव की पूरी होंदी। हौले पूरी किवें होवे, फिर महाराज कहते जे ये सच दे नाल चित ला लवे मन, जे असी सच वाहिगुरू दे नाल प्यार पा लीए, जे असी नाम दे नाल चित जोड़ लीए, तो फिर ये साडियां आशा अभिलाषावां तृष्णावां खत्म हो जाती। महाराज कहते नानक आसां पूरियां सच्चे स्यों चित लाई। बई जदों साडा चित सच वाहिगुरू दे नाल जुड़ गया तो साडियां ख्वाहिशां ये सब पूरियां हो जाती। फिर साडी कोई आस जिहड़ी वो रहिंदी नहीं। संसार दे विच मालक नूं मिल के वो सारियां आसां खत्म हो जांदियां, पूरियां हो जांदियां। जदों मालक ही मिल गया तो फिर कोई आस रहिंदी नहीं। नहीं तो संसार दे विच जीव दी ये आसा खत्म नहीं हुंदी। वो किन्ना भी जोड़ी जावे, किन्ना इकट्ठा कर लवे साजो समान, किन्ना धन इकट्ठा कर लए, किन्ने पदार्थ इकट्ठे कर लए, किड्डा वड्डा उहनूं अहुदा मिल जे संसार दा, वो गां दी गां तृष्णा आशा अभिलाषा होर वधदी जांदी अगे दी अगे। इस वास्ते संसार दे विच जीव की संतुष्टि नहीं होंदी, भी जीव की तृप्ति नहीं होंदी। वो भुखा है। कौन भुखा है? भुखा है मन, क्योंकि ये मन की खुराक नहीं है। मन नूं सबर नहीं आता, संतोख नहीं आता। मन की जिहड़ी खुराक है वो अमृत रस है, नाम रस। जे मन लेगा मन की तृप्ति होएगी, इसकी भुख मिटेगी। जिमें हुण आप शरीर नूं प्रशादा भोजन छकाउने, जिहड़ा प्रशादा छकेगा उसकी भुख मिटनी, उसकी तृप्ति होनी, वो नहीं रजना। इस तरह ही मन दा है। जे हुण असी कमाई करांगे मन वास्ते, सिमरन करांगे, गुरु की मत लवांगे, फिर साडे मन नूं भोजन मिलना, मन की खुराक मिलनी। जदों मन की खुराक मिलेगी मन की तृप्ति होएगी।
ਮਨ ਦੇ ਵਿੱਚ ਆਤਮ ਬਲ ਆਏਗਾ, ਇਹਦੇ ਵਿੱਚ ਸ਼ਕਤੀ ਆ ਜਾਏਗੀ, ਇਹ ਤਕੜਾ ਹੋ ਜਾਏਗਾ। ਜੇ ਹੁਣ ਅਸੀਂ ਖੁਰਾਕ ਨਹੀਂ ਲੈਂਦੇ, ਨਿਰਬਲ, ਇਹਦੇ ਵਿੱਚ ਕੋਈ ਤਾਕਤ ਨਹੀਂ ਹੈ, ਕੋਈ ਇਹਦੇ ਵਿੱਚ ਸਹਿਣਸ਼ੀਲਤਾ ਨਹੀਂ, ਕੋਈ ਸਬਰ ਨਹੀਂ, ਕੋਈ ਸੰਤੋਖ ਨਹੀਂ, ਇਹ ਸਾਰਾ ਕੁਛ ਇਹਦੇ 'ਚ ਖਤਮ ਹੋ ਜਾਂਦਾ। ਪਾਈਆਂ ਫਿਰ ਇਹਨੂੰ ਛੋਟੀ ਛੋਟੀ ਗੱਲ 'ਤੇ ਗੁੱਸਾ ਹੁੰਦਾ, ਨਿੱਕੀ ਨਿੱਕੀ ਗੱਲ 'ਤੇ ਚਿੰਤਾ ਕਰਦਾ, ਫਿਕਰ ਕਰਦਾ, ਸੈਂਸੀ ਕਰਦਾ, ਕਿਉਂਕਿ ਇਹ ਕਮਜ਼ੋਰ ਹੋਇਆ ਹੈ। ਜਦੋਂ ਮਨ ਕਮਜ਼ੋਰ ਹੋ ਜਾਂਦਾ, ਇਹਨੂੰ ਭਰੋਸਾ ਨਹੀਂ ਰਹਿੰਦਾ, ਪ੍ਰਤੀਤ ਨਹੀਂ ਰਹਿੰਦੀ ਮਾਲਕ 'ਤੇ, ਬਈ ਜਿਹਨੇ ਮੈਨੂੰ ਪੈਦਾ ਕੀਤਾ ਉਹਨੇ ਮੇਰੀ ਪਾਲਣਾ ਪੋਸ਼ਣਾ ਵੀ ਕਰਨੀ ਹੈ, ਉਹਨੇ ਸਾਨੂੰ ਰਿਜ਼ਕ ਵੀ ਦੇਣਾ ਹੈ। ਇਹ ਨਾ ਭਰੋਸਾ ਹੋਣ ਕਰਕੇ ਫਿਰ ਦਿਨ ਰਾਤ ਚਿੰਤਾ ਕਰੀ ਜਾਂਦਾ, ਫਿਕਰ ਕਰੀ ਜਾਂਦਾ, ਅਤੇ ਲੱਗਿਆ ਹੋਇਆ ਇਕੱਠਾ ਕਰਨ ਵਾਸਤੇ, ਵੱਧ ਤੋਂ ਵੱਧ ਇਕੱਠਾ ਕਰਨਾ। ਹੁਣ ਮਹਾਰਾਜ ਫਿਰ ਇਸ ਲਈ ਕਹਿੰਦੇ ਵੀ ਇਹ ਮਨ ਨੂੰ ਹਨੇਰਾ ਹੈ, ਪਿਆਰ ਇਹ ਮਾਇਆ ਦੇ ਨਾਲ, ਸਰੀਰ ਦੇ ਨਾਲ, ਸੰਸਾਰ ਦੀ ਜਿੰਨੀ ਦੌੜ ਹੈ ਭੱਜ, ਇਹ ਸਭ ਸਰੀਰ ਵਾਸਤੇ, ਤਨ ਵਾਸਤੇ, ਵੀ ਕਿਵੇਂ ਇਹਨੂੰ ਤਨ ਨੂੰ ਵਧੀਆ ਖਵਾਉਣਾ ਪਿਆਉਣਾ, ਕਿਵੇਂ ਇਹਦੇ 'ਤੇ ਚੰਗਾ ਕੱਪੜਾ ਪਹਿਨਣਾ ਹੈ, ਕਿਵੇਂ ਇਹਦੇ ਵਾਸਤੇ ਘਰ-ਬਾਰ ਬਣਾਉਣਾ ਹੈ, ਕਿਵੇਂ ਇਹਦੇ ਲਈ ਸੁੱਖ ਸਹੂਲਤਾਂ ਇਕੱਠੀਆਂ ਕਰਨੀਆਂ। ਸਾਰਾ ਜੀਵ ਦਿਨ ਰਾਤ ਇਹਦੇ ਵਾਸਤੇ ਲੱਗਿਆ ਹੋਇਆ। ਹੁਣ ਜਿਹੜਾ ਮਨ ਹੈ, ਮਨ ਵਾਸਤੇ ਕਮਾਈ ਨਹੀਂ ਕਰਦਾ, ਤਾਂ ਕਰਕੇ ਫਿਰ ਸੰਸਾਰ ਦਾ ਜੀਵ ਕਿੰਨਾ ਵੀ ਇਕੱਠਾ ਕਰ ਲੈਂਦਾ, ਪਰ ਫਿਰ ਵੀ ਉਹਦੀ ਤ੍ਰਿਪਤੀ ਨਹੀਂ ਹੁੰਦੀ। ਹੁਣ ਸੰਸਾਰ 'ਚ ਆਪਾਂ ਦੇਖਦੇ ਬਹੁਤ ਜੀਵ ਐਸੇ ਜਿਨ੍ਹਾਂ ਕੋਲ ਕੋਈ ਪੈਸੇ ਦੀ ਕਮੀ ਨਹੀਂ, ਜ਼ਮੀਨ ਜਾਇਦਾਦ ਵਾਧੂ ਹੈ, ਕਾਰੋਬਾਰ ਵਧੀਆ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ, ਪਰ ਫਿਰ ਵੀ ਦੁਖੀ ਨਹੀਂ, ਘਰ 'ਚ ਸੁੱਖ ਨਹੀਂ ਹੈ, ਸ਼ਾਂਤੀ ਨਹੀਂ, ਇੰਨਾ ਕਾਲਾ ਕਲੇਸ਼ ਹੈ, ਇੰਨਾ ਵੈਰ ਵਿਰੋਧ ਤਪਦੇ ਪਏ ਨੇ ਜੀਵ, ਇੰਨੇ ਦੁਖੀ ਨੇ। ਔਰ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਜੋ ਸਾਨੂੰ ਗੁਰਬਾਣੀ ਗੁਰੂ ਸਮਝਾਉਂਦੀ, ਵੀ ਉਹਦਾ ਕਾਰਨ ਇਹ ਤਨ ਵਾਸਤੇ ਤਾਂ ਇਕੱਠਾ ਕਰ ਲਿਆ ਸਾਜੋ ਸਮਾਨ, ਪਰ ਮਨ ਵਾਸਤੇ ਕੁਝ ਵੀ ਨਹੀਂ ਕੀਤਾ, ਮਨ ਵਾਸਤੇ ਕਮਾਈ ਨਹੀਂ ਕੀਤੀ, ਇਸ ਕਰਕੇ ਮਨ ਅਸ਼ਾਂਤ ਹੈ, ਇਸ ਕਰਕੇ ਮਨ ਦੁਖੀ ਹੈ, ਉਹ ਦੁਰਮਤ ਦੀ ਅਗਨ 'ਚ ਜਲ ਰਿਹਾ, ਉਹ ਤੜਫ ਰਿਹਾ। ਜਿਸ ਨੂੰ ਮਹਾਰਾਜ ਕਹਿੰਦੇ ਦੁਰਮਤ ਅਗਨ ਜਗਤ ਪਰ ਜਾਰੀ, ਵੀ ਇਹ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸਾੜਦੀ, ਸਾਰਾ ਸੰਸਾਰ ਇਹਦੇ ਵਿੱਚ ਸੜ ਰਹੀ ਹੈ। ਹੁਣ ਇਹਦੇ ਵਿੱਚੋਂ ਸਾਨੂੰ ਇਹ ਧਨ ਦੌਲਤ ਨਹੀਂ ਬਚਾ ਸਕਦੀ, ਸਾਨੂੰ ਸੰਸਾਰ ਦਾ ਸਾਜੋ ਸਮਾਨ ਪਦਾਰਥ ਨਹੀਂ ਸਾਨੂੰ ਬਚਾ ਸਕਦੀ ਸੜਨ ਤੋਂ। ਸਾਨੂੰ ਇਹਦੇ ਵਿੱਚੋਂ ਬਚਾ ਸਕਦਾ ਹੈ ਗੁਰੂ ਦਾ ਗਿਆਨ, ਗੁਰੂ ਦੀ ਮੱਤ। ਜਦੋਂ ਆਪਾਂ ਸਤਿਗੁਰੂ ਜੋ ਸਾਨੂੰ ਉਪਦੇਸ਼ ਕਰਦੇ, ਉਸ ਉਪਦੇਸ਼ ਨੂੰ ਆਪਾਂ ਸੁਣਦੇ ਹਾਂ, ਸੁਣ ਕੇ ਸਾਡਾ ਮਨ ਮੰਨਦਾ, ਕਮਾਉਣ ਦੀ ਕੋਸ਼ਿਸ਼ ਕਰਦਾ, ਫਿਰ ਅਸੀਂ ਇਹ ਅਗਨ ਤੋਂ ਬਚ ਸਕਦੇ ਹਾਂ, ਨਹੀਂ ਤਾਂ ਇਹ ਅੱਗ ਸਾਨੂੰ ਸਾੜ ਦੇਗੀ। ਇਸ ਲਈ ਮਹਾਰਾਜ ਕਹਿੰਦੇ ਦੁਰਮਤ ਅਗਨ ਜਗਤ ਪਰ ਜਾਰੀ, ਸੋ ਉਭਰੇ ਜੋ ਗੁਰ ਸ਼ਬਦ ਵਿਚਾਰੇ। ਬਈ ਇਹ ਅੱਗ ਤੋਂ ਕੌਣ ਉੱਭਰਦੇ, ਕੌਣ ਬਚਦੇ ਅੱਗ ਤੋਂ? ਜਿਹੜੇ ਸ਼ਬਦ ਗੁਰੂ ਦੀ ਵਿਚਾਰ ਕਰਦੇ, ਜਿਹੜੇ ਨਾਮ ਦੀ ਵਿਚਾਰ ਕਰਦੇ, ਉਹ ਇਹ ਅਗਨ ਤੋਂ ਉੱਭਰ ਜਾਂਦੇ, ਉੱਪਰ ਉੱਠ ਜਾਂਦੇ, ਨਹੀਂ ਤਾਂ ਇਹ ਅੱਗ ਸਾੜ ਦਿੰਦੀ। ਅਤੇ ਜਦੋਂ ਜੀਵ ਸੜਦਾ ਹੈ ਅਤੇ ਫਿਰ ਉਹ ਦੁਖੀ ਹੁੰਦਾ, ਫਿਰ ਉਹ ਅਸ਼ਾਂਤ ਹੁੰਦਾ, ਜਿਵੇਂ ਆਪਣੇ ਸਰੀਰ ਨੂੰ ਅੱਗ ਲੱਗ ਜੇ। ਹੁਣ ਜੇ ਸਰੀਰ ਸੜਿਆ ਹੋਵੇ, ਅੱਗ ਲੱਗੀ ਹੋਵੇ, ਅਤੇ ਉਹ ਜੀਵ ਟਿਕ ਨਹੀਂ ਖੜ੍ਹ ਸਕਦਾ, ਉਹ ਭੱਜੇਗਾ ਵੀ ਅੱਗ ਨੂੰ ਬੁਝਾਓ।
ਤੇ ਉਹ ਅੱਗ ਸਾੜੇਗੀ ਉਹਨੂੰ। ਇਸੇ ਤਰ੍ਹਾਂ ਹੀ ਹੁਣ ਇਹ ਮਨ ਨੂੰ ਅਗਨ ਲੱਗੀ ਹੈ। ਹੁਣ ਜੇ ਆਖੀਏ ਵੀ ਮਨ ਟਿਕ ਕੇ ਬੈਠ ਜੇ, ਉਹਨੂੰ ਅੱਗ ਲੱਗੀ, ਉਹ ਬੈਠੇ ਕਿਵੇਂ? ਉਹ ਤਾਂ ਭੱਜਿਆ ਫਿਰਦਾ ਵੀ ਮੇਰੀ ਅੱਗ ਬੁਝਾਓ। ਹੁਣ ਉਹ ਅਗਨ ਸਾਡੀ ਬੁਝਣੀ ਗੁਰੂ ਦੀ ਮੱਤ ਦੁਆਰਾ, ਆਪਦੀ ਮੱਤ ਦੁਆਰਾ ਅਸੀਂ ਉਹਨੂੰ ਬੁਝਾ ਨਹੀਂ ਸਕਦੇ। ਅਸੀਂ ਹੋਰ ਤਾਂ ਲਾ ਸਕਦੇ, ਜਿਵੇਂ ਸੰਸਾਰ 'ਚ ਆਪਾਂ ਆਮ ਜੀਵ ਕਹਿ ਦਿੰਦੇ ਵੀ ਇਹ ਫਲਾਣਾ ਬੰਦਾ ਤਾਂ ਇੰਨਾ ਵੀ ਹੈਗਾ, ਇਹ ਇੰਨੀ ਨਿੰਦਿਆ ਦੀ, ਇਹਨੂੰ ਆਦਤ ਚੁਗਲੀ ਦੀ, ਵੀ ਇਹ ਘਰ ਦੇ ਵਿੱਚ ਅੱਗ ਲਾ ਦਿੰਦਾ, ਜਿਹਦੇ ਵੀ ਜਾਵੇ ਉਹਦੇ ਘਰ ਅੱਗ ਲਾ ਦਿੰਦਾ। ਔਰ ਇਸੇ ਤਰ੍ਹਾਂ ਹੀ ਅੱਗ ਲਾਉਣ ਵਾਲੇ ਵਾਧੂ ਨੇ ਸੰਸਾਰ ਦੇ ਵਿੱਚ, ਜਿਨ੍ਹਾਂ ਨੇ ਸਾਡੇ ਮਨ ਨੂੰ ਅਗਨ ਹੋਰ ਲਾ ਦੇਣੀ, ਹੋਰ ਅਸ਼ਾਂਤ, ਹੋਰ ਦੁਖੀ ਕਰ ਦੇਣਾ। ਇਹ ਅੱਗ ਨੂੰ ਬੁਝਾਉਣ ਵਾਲੇ ਵਿਰਲੇ ਵਿਰਲੇ ਨੇ, ਵੀ ਜਿਹੜੇ ਸਾਡੇ ਮਨ ਨੂੰ ਸ਼ਾਂਤ ਕਰ ਦੇਣ, ਜਿਹੜੇ ਸਾਡੇ ਮਨ ਨੂੰ ਸਹਿਜ ਵਿੱਚ ਲੈ ਆਉਣ। ਇਸ ਕਰਕੇ ਫਿਰ ਗੁਰਬਾਣੀ, ਗੁਰੂ ਸਾਡੇ ਮਨ ਨੂੰ ਸ਼ਾਂਤ ਕਰਦੀ, ਸਾਡੇ ਮਨ ਨੂੰ ਸਹਿਜ ਵਿੱਚ ਲੈ ਕੇ ਆਉਂਦੇ। ਇਹਦੀ ਅਗਨ ਬੁਝਦੀ, ਪਰ ਬੁਝੇਗੀ ਫੇਰ ਜੇ ਅਸੀਂ ਗੁਰੂ ਦਾ ਵਚਨ ਮੰਨਾਂਗੇ, ਜੇ ਅਸੀਂ ਇਹਨਾਂ ਦਾ ਕਹਿਣਾ ਮੰਨਾਂਗੇ। ਜੇ ਅਸੀਂ ਕਹਿਣਾ ਨਹੀਂ ਮੰਨਦੇ, ਫਿਰ ਅਗਨ ਨਹੀਂ ਬੁਝਦੀ। ਫਿਰ ਤਾਂ ਜੀਵ ਚਾਹੇ ਇਹਨਾਂ ਦੇ ਕੋਲ ਹੀ ਰਹੇ, ਚਾਹੇ ਗੁਰੂ ਘਰ ਦੇ ਵਿੱਚ ਹੀ ਰਹਿੰਦਾ ਹੋਵੇ, ਉਹਦੀ ਅੱਗ ਨਹੀਂ ਬੁਝਦੀ। ਉਹਦੇ ਅੰਦਰ ਉਹੀ ਵੈਰ ਵਿਰੋਧ, ਈਰਖਾ, ਨਫ਼ਰਤ, ਦੁਰਮਤ ਦੀ ਅਗਨ ਦੇ ਵਿੱਚ ਉਹ ਸੜਦਾ ਪਿਆ, ਕਿਉਂਕਿ ਉਹ ਗੁਰੂ ਦੀ ਮੱਤ ਤੋਂ ਬਿਨਾਂ ਬੁਝਣੀ ਨਹੀਂ, ਜਦ ਤੱਕ ਗੁਰੂ ਦਾ ਵਚਨ ਨਹੀਂ ਮੰਨਦਾ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜੇ ਸਾਡੇ ਮਨ ਨੂੰ ਇਹ ਅਗਨ ਲੱਗੀ ਹੈ, ਜੇ ਸਾਡੇ ਮਨ ਦੇ ਵਿੱਚ ਕਲਾ ਕਲੇਸ਼, ਸਾਡੇ ਤਨ ਵਿੱਚ ਕਲੇਸ਼, ਮਨ 'ਚ ਕਲੇਸ਼, ਇਹ ਕਲੇਸ਼ ਨੂੰ ਖਤਮ ਕਰਨ ਵਾਸਤੇ ਸਿਮਰਨ ਹੈ ਜੋ ਆਪਾਂ ਕਰਦੇ। ਜਿਉਂ ਅਸੀਂ ਸਿਮਰਨ ਕਰਾਂਗੇ ਤੇ ਉਹਦੇ ਮਨ ਦੀ ਅਗਨ ਬੁਝੇਗੀ, ਸਾਡਾ ਮਨ ਸ਼ੀਤਲ ਹੋਏਗਾ, ਠੰਡਾ ਹੋ ਜਾਏਗਾ। ਇਸ ਲਈ ਮਹਾਰਾਜ ਫਰਮਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵੋ। ਵੀ ਸਿਮਰਨ ਕਰਕੇ ਕਲਾ ਕਲੇਸ਼ ਮਿਟਾ ਲਓ, ਖਤਮ ਕਰ ਲਓ। ਗੁਰੂ ਦੀ ਵਿਚਾਰ ਕਰਕੇ, ਸ਼ਬਦ ਦੀ ਵਿਚਾਰ ਕਰਕੇ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਇੱਕ ਤਾਂ ਜੋ ਆਪਾਂ ਸਿਮਰਨ ਕਰਦੇ ਇਹਦੇ ਨਾਲ ਧੋਤਾ ਜਾਂਦਾ। ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ, ਇੱਕ ਜਾਣਾ ਕਰਦਾ, ਬਾਕੀ ਆਪਾਂ ਧਿਆਨ ਨਾਲ ਸੁਣਦੇ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਇਹਦੇ ਨਾਲ ਸਾਡੇ ਮਨ ਨੂੰ ਸੁੱਖ ਮਿਲਦਾ, ਸ਼ਾਂਤੀ ਆਉਂਦੀ। ਮਹਾਰਾਜ ਕਹਿੰਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਵੀ ਜਦੋਂ ਅਸੀਂ ਮਨ ਨੂੰ ਧੋਵਾਂਗੇ, ਮਨ ਨੂੰ ਸ਼ਾਂਤੀ ਆ ਜਾਏਗੀ। ਜਿਵੇਂ ਹੁਣ ਇਹ ਤਨ ਨੂੰ, ਗਰਮੀ ਦਾ ਮੌਸਮ ਹੈ, ਆਪਾਂ ਕਹਿੰਦੇ ਹਾਂ ਵੀ ਨਹਾ ਲਓ, ਇਸ਼ਨਾਨ ਕਰ ਲਓ। ਜਦੋਂ ਇਸ਼ਨਾਨ ਕਰਦੇ ਤਨ ਠੰਡਾ ਹੋ ਜਾਂਦਾ, ਤਨ ਨੂੰ ਥੋੜ੍ਹੀ ਸ਼ਾਂਤੀ ਆਉਂਦੀ। ਇਸੇ ਤਰ੍ਹਾਂ ਹੀ ਸਾਡੇ ਮਨ ਨੂੰ ਇਹ ਅਗਨ ਲੱਗੀ ਹੈ। ਜਦੋਂ ਮਨ ਦਾ ਇਸ਼ਨਾਨ ਕਰਾਂਗੇ ਤਾਂ ਮਨ ਨੂੰ ਸ਼ਾਂਤੀ ਆਏਗੀ, ਇਹਨੂੰ ਸੁੱਖ ਮਿਲੇਗਾ। ਜੇ ਹੁਣ ਇਸ਼ਨਾਨ ਨਹੀਂ ਕਰੇਗਾ ਮਨ, ਅਤੇ ਫਿਰ ਇਹਨੂੰ ਸ਼ਾਂਤੀ ਆਉਣੀ ਨਹੀਂ, ਇਹਨੂੰ ਸੁੱਖ ਮਿਲਣਾ ਹੀ ਨਹੀਂ। ਇਹਨੇ ਅਗਨ ਦੇ ਵਿੱਚ ਜਲਦਾ ਹੀ ਰਹਿਣਾ। ਔਰ ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹ ਸਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ। ਜੋ ਸਤਿਗੁਰੂ ਸਾਨੂੰ ਉਪਦੇਸ਼ ਕਰ ਰਹੇ, ਇਹ ਸਾਨੂੰ ਸਾਰਿਆਂ ਦੇ, ਸਾਡੇ ਮਨਾਂ ਨੂੰ ਸਮਝਾਉਂਦੇ ਬਈ ਸਾਡੇ ਮਨ ਨੂੰ ਕਿਵੇਂ ਸ਼ਾਂਤੀ ਆਵੇ, ਕਿਵੇਂ ਸਾਡੇ ਮਨ ਜਿਹੜੇ ਉਹ ਸੁਖੀ ਹੋ ਜਾਣ, ਕਿਵੇਂ ਅਸੀਂ ਜੀਵਨ ਦਾ ਲਾਹਾ ਖੱਟੀਏ ਬਈ, ਤਾਂ ਕਿ ਅਸੀਂ ਇੱਥੇ ਵੀ ਸੁਖੀ ਰਹਿ ਸਕੀਏ ਅਤੇ ਅਸੀਂ ਆਪਦਾ ਅੱਗਾ ਵੀ ਸਹੇਲਾ ਕਰ ਲਈਏ, ਅਸੀਂ ਆਪਦਾ ਅੱਗਾ ਵੀ ਸਵਾਰ ਲਈਏ। ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਬਈ ਸਮਾਂ ਸਾਡਾ ਰੋਜ਼ ਦੀ ਰੋਜ਼ ਘਟਦਾ ਜਾ ਰਿਹਾ, ਵੀ ਇੱਥੇ ਰਹਿ ਕੇ ਲਾਹਾ ਖੱਟੋ ਅਤੇ ਆਪਦਾ ਜਿਹੜਾ ਅੱਗਾ ਉਹ ਅੱਗਾ ਵੀ ਸਵਾਰ ਲਓ। ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਵਸਣ ਸਹੇਲਾ।
ਜੇ ਹੁਣ ਅਸੀਂ ਇੱਥੇ ਲਾਹਾ ਖੱਟਾਂਗੇ ਤੇ ਫੇਰ ਹੀ ਅਸੀਂ ਅੱਗਾ ਸਹੇਲਾ ਕਰਾਂਗੇ, ਫੇਰ ਹੀ ਅਸੀਂ ਸੁਖੀ ਹੋਵਾਂਗੇ। ਜੇ ਅਸੀਂ ਆਪਦੇ ਘਰ ਵਸਾਂਗੇ, ਜੇ ਹੁਣ ਸਾਡਾ ਮਨ ਸੁਖੀ ਨਹੀਂ, ਇੱਥੇ ਅਸੀਂ ਲਾਹਾ ਨਹੀਂ ਖੱਟਦੇ, ਦੁਰਮਤ ਦੀ ਅਗਨ 'ਚ ਜਲ ਰਹੇ, ਤੇ ਫਿਰ ਅੱਗੇ ਵੀ ਇਹਨੂੰ ਦੁੱਖ ਹੀ ਦੁੱਖ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਉਂਦੇ ਜੀ ਮੁਕਤ ਹੋਵੋ, ਜਿਉਂਦੇ ਜੀ ਸਹਿਜ ਦੇ ਵਿੱਚ ਆਓ, ਆਪਣੇ ਘਰ ਆ। ਜੀਵ ਹੁਣ ਗੁਰਬਾਣੀ ਪੜ੍ਹਦਾ ਹੈ, ਸੁਣਦਾ ਹੈ, ਗਾਉਂਦਾ ਹੈ। ਸਤਿਗੁਰੂ ਕਹਿੰਦੇ ਵੀ ਜੇ ਤੁਸੀਂ ਘਰ ਨਹੀਂ ਆਏ, ਤੁਹਾਡਾ ਮਨ ਸਹਿਜ ਵਿੱਚ ਨਹੀਂ ਆਇਆ, ਤੇ ਫਿਰ ਤੁਸੀਂ ਕੀ ਪੜ੍ਹਦੇ, ਕੀ ਗਾਉਂਦੇ? ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਬਈ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰ ਕੇ, ਵੇਦਾਂ ਨੂੰ ਪੜ੍ਹ ਕੇ ਵਿਚਾਰ ਕੇ ਸਾਡੇ ਮਨ ਨੇ ਘਰ ਜਾਣ। ਸਹਿਜ ਸਾਡਾ ਘਰ ਹੈ। ਬਈ ਅਸੀਂ ਆਪਦੇ ਘਰ ਚਲੇ ਗਏ ਹਾਂ ਕਿ ਜਾਂ ਨਹੀਂ ਗਏ, ਅਸੀਂ ਆਪਦੇ ਘਰ ਦਾ ਕਿੰਨਾ ਕੁ ਸੁੱਖ ਲਿਆ, ਕਿੰਨਾ ਕੁ ਆਨੰਦ ਮਾਣਦੇ ਹਾਂ, ਉਹ ਫਿਰ ਅਸੀਂ ਵਿਚਾਰ ਕਰਨੀ ਹੁੰਦੀ, ਆਪਣੇ ਆਪੇ ਦੀ ਪੜਚੋਲ ਕਰਨੀ। ਬਈ ਸਾਡਾ ਮਨ ਕਿੰਨਾ ਕੁ ਆਪਦੇ ਘਰ ਦੇ ਵਿੱਚ ਬੈਠਦਾ, ਕਿੰਨਾ ਕੁ ਆਪਦੇ ਘਰ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਮਾਲਕ ਨੇ ਰੱਖੀਆਂ ਉਹਨਾਂ ਦਾ ਆਨੰਦ ਮਾਣਦਾ, ਕਿ ਜਾਂ ਸਾਡਾ ਮਨ ਘਰ ਨੂੰ ਹੀ ਭੁੱਲ ਗਿਆ, ਘਰੇ ਜਾਂਦਾ ਹੀ ਨਹੀਂ, ਅਸੀਂ ਬੇਗਾਨੇ ਘਰ ਰਹਿੰਦੇ। ਜੇ ਅਸੀਂ ਘਰ ਨਹੀਂ ਜਾਵਾਂਗੇ, ਕਿਸੇ ਦੇ ਹੋਰ ਘਰ ਰਹਿੰਦੇ ਹੋਈਏ ਬੇਗਾਨੇ ਵਿੱਚ, ਉੱਥੇ ਜੀਵ ਆਪਦੀ ਮਰਜ਼ੀ ਨਹੀਂ ਕਰ ਸਕਦੇ, ਕਿਉਂਕਿ ਮਾਲਕ ਦੀ ਮਰਜ਼ੀ, ਉਹ ਜਦੋਂ ਮਰਜ਼ੀ ਖਾਲੀ ਕਰਾ ਲੈਣ ਘਰ, ਜਦੋਂ ਮਰਜ਼ੀ ਘਰ ਤੋਂ ਕੱਢ ਦੇਣ, ਨੌਕਰ ਬਣਾ ਕੇ ਰੱਖ। ਔਰ ਜਿਹੜਾ ਸਾਡਾ ਆਪਦਾ ਘਰ ਹੈ ਨਿੱਜੀ, ਉਹਦੇ ਵਿੱਚ ਸਾਨੂੰ ਕਿਸੇ ਦੀ ਮੁਹਤਾਜੀ ਨਹੀਂ, ਉੱਥੇ ਅਸੀਂ ਗੁਲਾਮ ਨਹੀਂ ਹੈ, ਉਹ ਮਾਲਕ ਨੇ ਸਾਡੇ ਵਾਸਤੇ ਸਪੈਸ਼ਲ ਬਣਾਏ। ਇਸ ਵਾਸਤੇ ਫਿਰ ਕਹਿੰਦੇ ਵੀ ਤੁਸੀਂ ਘਰ ਆ ਕੇ ਤੁਸੀਂ ਸੁੱਖ ਲਵੋ, ਆਨੰਦ ਲਵੋ। ਅਤੇ ਜਿਹੜੇ ਕਾਰਜ ਕਰਕੇ ਤੁਸੀਂ ਦੁਖੀ ਹੋ ਰਹੇ ਹੋ, ਮਾਲਕ ਕਹਿੰਦੇ ਤੁਹਾਡੇ ਕਾਰਜ ਵੀ ਸਾਰੇ ਮੈਂ ਆਪ ਸਵਾਰਤ ਸਾਂ, ਤੂੰ ਬਸ ਘਰੇ ਆ ਜਾ ਅਤੇ ਆਨੰਦ ਲੈ, ਸੁੱਖ ਲੈ। ਤੇਰ ਘਰ ਵੈਸੋ ਹਰ ਜਨ ਪਿਆਰੀ, ਸਤਿਗੁਰ ਤੁਮਰੇ ਕਾਜ ਸਵਾਰੀ। ਵੀ ਮੈਂ ਤੇਰੇ ਸਾਰੇ ਕਾਰਜ ਸਵਾਰ, ਤੂੰ ਘਰੇ ਆ ਜਾ। ਹੁਣ ਮਨ ਦਾ ਪਿਆਰ ਹੀ ਇੰਨਾ ਪਿਆ ਇੱਧਰ ਮਾਇਆ ਦੇ ਨਾਲ, ਬਈ ਇਹ ਘਰ ਜਾਣਾ ਨਹੀਂ ਚਾਹੁੰਦਾ, ਇਹ ਮੋਹ ਨੂੰ ਛੱਡਣਾ ਨਹੀਂ ਚਾਹੁੰਦਾ। ਮਾਲਕ ਘਰੇ ਬੁਲਾਉਂਦੇ, ਇਹ ਇੱਧਰ ਮਾਇਆ ਦੇ ਵਿੱਚ ਇੰਨਾ ਮਸਤ ਹੋਇਆ ਘਰੇ ਜਾਂਦਾ ਹੀ ਨਹੀਂ, ਇਹ ਘਰੇ ਜਾਣਾ ਵੀ ਨਹੀਂ ਚਾਹੁੰਦਾ, ਕਿਉਂਕਿ ਇੰਨਾ ਆਦੀ ਹੋ ਗਿਆ ਇੱਧਰ ਮਾਇਆ ਦੇ ਵਿੱਚ ਰਹਿਣ ਦਾ। ਇੱਧਰ ਸੰਸਾਰ ਦੇ ਵਿੱਚ ਹੀ ਹੋਰ ਇਕੱਠਾ ਕਰੀ ਜਾਂਦਾ, ਹੋਰ ਦਿਨੋਂ ਦਿਨ ਹੋਰ ਵੱਧਦਾ ਜਾਂਦਾ। ਜਿਵੇਂ ਹੁਣ ਸੰਸਾਰ ਦਾ ਸਾਰਾ ਖੇਲ ਉਲਟ ਚੱਲਦਾ, ਜਿਹਨੂੰ ਸੰਸਾਰ ਤਰੱਕੀ ਕਹਿੰਦਾ ਹੈ, ਗੁਰਬਾਣੀ ਗੁਰੂ ਨੂੰ ਤਰੱਕੀ ਨਹੀਂ ਕਹਿੰਦੀ। ਜੇ ਹੁਣ ਅਸੀਂ ਸਿਰਫ ਸੰਸਾਰ ਦੇ ਪਦਾਰਥ ਹੀ ਇਕੱਠੇ ਕਰਨ ਲੱਗੇ ਹੋਏ ਹਾਂ, ਮਾਇਆ ਇਕੱਠੀ ਕਰ ਲਈ, ਕਾਰੋਬਾਰ ਵਧਾ ਲਿਆ, ਘਰ-ਬਾਰ ਪਹਿਲਾਂ ਛੋਟਾ ਸੀ ਵੱਡਾ ਬਣਾ ਲਿਆ, ਕੱਚਾ ਸੀ ਹੁਣ ਪੱਕਾ ਬਣਾ ਲਿਆ। ਮਾਰੇ ਕਹਿੰਦੇ ਵੀ ਜਿਹੜੇ ਸੰਸਾਰ ਦੇ ਵਿੱਚੋਂ ਪਹਿਲਾਂ ਚਲੇ ਗਏ ਸਾਡੇ ਵੱਡੇ ਵਡੇਰੇ ਬਜ਼ੁਰਗ, ਉਹ ਮਾਇਆ ਇਕੱਠੀ ਕਰਦੇ, ਘਰ-ਬਾਰ ਬਣਾਉਂਦੇ, ਉਹ ਚਲੇ ਗਏ। ਫਿਰ ਗਾਂ ਬੱਚਿਆਂ ਨੇ ਸੰਭਾਲ ਲਏ, ਜਦੋਂ ਉਹ ਮਰ ਜਾਂਦੇ ਅਤੇ ਗਾਂ ਬੱਚੇ ਖੜ੍ਹੇ ਹੋ ਜਾਂਦੇ ਵੀ ਹੁਣ ਅਸੀਂ ਇੱਦੋਂ ਅੱਗੇ ਵਧਾਉਂਦੇ। ਇਹ ਸੰਸਾਰ ਕਹਿੰਦਾ ਵੀ ਬੱਚਿਆਂ ਨੇ ਵੱਧ ਤਰੱਕੀ ਕਰ ਲਈ, ਮਾਂ ਪਿਓ ਤੋਂ ਜ਼ਿਆਦਾ ਹੋਰ ਅੱਗੇ ਹੋਰ ਵਧਾ ਲਿਆ ਆਪਦਾ ਕੰਮ ਕਾਰ, ਹੋਰ ਜ਼ਿਆਦਾ ਤਰੱਕੀ ਕਰ ਲਈ। ਹੁਣ ਜੇ ਅਸੀਂ ਆਪਦੇ ਘਰ ਦਾ ਭੇਤ ਨਹੀਂ ਲਿਆ, ਅਸੀਂ ਨਿੱਜ ਮਹਿਲ 'ਚ ਨਹੀਂ ਗਏ, ਅਸੀਂ ਨਾਮ ਦੇ ਨਾਲ ਨਹੀਂ ਜੁੜੇ, ਅਸੀਂ ਸੱਚ ਦੀ ਵਾਹਿਗੁਰੂ ਦੀ ਅਰਾਧਨਾ ਨਹੀਂ ਕੀਤੀ, ਉਹਨੂੰ ਜਿਹਨੂੰ ਸੰਸਾਰ ਤਰੱਕੀ ਕਹਿੰਦਾ ਉਹ ਕੋਈ ਤਰੱਕੀ ਨਹੀਂ, ਉਹ ਅਸੀਂ ਹੋਰ ਵੱਧ ਖੁੱਭ ਗਏ ਹਾਂ।
ਉਹ ਅਸੀਂ ਹੋਰ ਦਲਦਲ ਦੇ ਵਿੱਚ ਜ਼ਿਆਦਾ ਧੱਸ ਗਏ। ਬਈ ਮਾਂ ਪਿਓ ਘੱਟ ਧਸੇ ਹੋਏ ਸੀ, ਕਿਉਂਕਿ ਉਹਨਾਂ ਨੇ ਜ਼ਿਆਦਾ ਨਹੀਂ ਸੀ ਇਕੱਠਾ ਕੀਤਾ, ਅਤੇ ਗਾਂ ਬੱਚਿਆਂ ਨੇ ਹੋਰ ਉਦੋਂ ਵੱਧ ਇਕੱਠਾ ਕਰ ਲਿਆ। ਇਸ ਵਾਸਤੇ ਮਹਾਰਾਜ ਕਹਿੰਦੇ ਅਗਲੇ ਮੂਏ ਸੇ ਪਾਛੇ ਪਰੀ, ਜੋ ਉਭਰੇ ਸੋ ਬੰਦ ਲੱਕ ਖੜੇ, ਜੈ ਧੰਦੇ ਮੈਂ ਉਹੀ ਲਪਟਾਏ, ਉਹਨ ਤੇ ਦੋਗਣ ਦਿੜੀ ਉਹਨ ਮਾਏ। ਵੀ ਜਿਹੜਾ ਧੰਦਾ ਕਰਦੇ ਸਾਡੇ ਦਾਦੇ ਪੜਦਾਦੇ ਲਕੜਦਾਦੇ ਚਲੇ ਗਏ, ਉਹੀਓ ਅਸੀਂ ਧੰਦੇ ਨੂੰ ਹੋਰ ਦ੍ਰਿੜ ਕਰ ਲਿਆ, ਉਦੋਂ ਡਬਲ ਦੁੱਗਣਾ। ਜੈ ਧੰਦੇ ਮੈਂ ਉਹੀ ਲਪਟਾਏ, ਉਹਨ ਤੇ ਦੁੱਗਣ ਦਿੜੀ ਉਹਨ ਮਾਏ। ਵੀ ਜਿਹੜਾ ਧੰਦਾ ਕਰਦੇ ਮਾਂ ਪਿਓ ਚਲੇ ਗਏ, ਉਦੋਂ ਦੁੱਗਣਾ ਧੰਦਾ ਗਾਂ ਬੱਚਿਆਂ ਨੇ ਦ੍ਰਿੜ ਕਰ ਲਿਆ, ਹੋਰ ਮਾਇਆ ਹੋਰ ਇਕੱਠਾ ਕਰਨ ਲੱਗੇ ਵੀ, ਅਤੇ ਸੰਸਾਰ ਕਹਿੰਦਾ ਇਹਨਾਂ ਨੇ ਤਰੱਕੀ ਕਰ ਲਈ। ਗੁਰਬਾਣੀ ਗੁਰੂ ਕਹਿੰਦੇ ਬਈ ਜੇ ਅਸੀਂ ਮਨ ਵਾਸਤੇ ਕਮਾਈ ਨਹੀਂ ਕੀਤੀ, ਮਨ ਤਾਂ ਸਾਡਾ ਹੋਰ ਦੁਖੀ ਹੋ ਗਿਆ। ਜਿਵੇਂ ਹੁਣ ਆਮ ਸੰਸਾਰ ਦੇ ਵਿੱਚ ਜੀਵ ਕਹਿ ਦਿੰਦੇ ਵੀ ਪਹਿਲਾਂ ਪੁਰਾਣੇ ਸਮਿਆਂ 'ਚ ਸੁੱਖ ਸੀ ਜੀ, ਇੰਨਾ ਉਦੋਂ ਦੁਖੀ ਨਹੀਂ ਸੀ। ਬੇਸ਼ੱਕ ਘਰ ਕੱਚੇ ਸੀ, ਪੱਕੇ ਨਹੀਂ ਸੀ, ਪਰ ਉਦੋਂ ਥੋੜ੍ਹੀ ਸ਼ਾਂਤੀ ਸੀ। ਅਤੇ ਹੁਣ ਅਸੀਂ ਆਪਦੇ ਜਾਣੇ ਪੱਕੇ ਬਣਾ ਲਏ, ਅਤੇ ਉਹ ਤਾਂ ਹੁਣ ਉਦੋਂ ਵੱਧ ਦੁਖੀ ਹੋ ਗਏ, ਉਦੋਂ ਵੱਧ ਹੋਰ ਅਸ਼ਾਂਤ ਹੋ ਗਏ ਮਨ। ਉਹਦਾ ਕਾਰਨ ਕੀ? ਉਹਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਇਹ ਦੱਸਦਾ ਹੈ ਵੀ ਇਹਦਾ ਕਾਰਨ ਇਹ ਹੈ ਵੀ ਅਸੀਂ ਗੁਰੂ ਦੀ ਮੱਤ ਨਹੀਂ ਲਈ। ਇਹ ਸਾਰਾ ਕੁਛ ਕੀਤਾ ਹੋਇਆ ਸਾਨੂੰ ਤਾਂ ਮੁਬਾਰਕ ਹੈ ਜੇ ਅਸੀਂ ਆਤਮਿਕ ਤੌਰ 'ਤੇ ਤਰੱਕੀ ਕਰੀਏ, ਜੇ ਅਸੀਂ ਮਨ ਵਾਸਤੇ ਵੀ ਕਮਾਈ ਕਰੀਏ। ਜੇ ਅਸੀਂ ਮਨ ਵਾਸਤੇ ਨਾਲ ਨਾਲ ਕਮਾਈ ਕਰਾਂਗੇ ਤਾਂ ਸਾਡਾ ਸੰਤੁਲਨ ਨਹੀਂ ਵਿਗੜੇਗਾ, ਫਿਰ ਸਾਡੇ ਅੰਦਰ ਹੰਕਾਰ ਨਹੀਂ ਆਏਗਾ, ਹਉਮੈ ਨਹੀਂ ਆਏਗੀ, ਸਾਡੇ ਅੰਦਰ ਵੈਰ ਵਿਰੋਧ ਨਹੀਂ ਆਏਗਾ। ਜੇ ਅਸੀਂ ਇਹ ਪਾਸਾ ਛੱਡ ਦਿੱਤਾ, ਗੁਰਬਾਣੀ ਗੁਰੂ ਨੂੰ ਛੱਡ ਦਿੱਤਾ, ਅਸੀਂ ਧਰਮ ਨੂੰ ਛੱਡ ਦਿੱਤਾ ਅਤੇ ਕਰਮ ਦੇ ਨਾਲ ਜੁੜ ਗਏ, ਇਕੱਲਾ ਕਰਮ ਨੂੰ ਦ੍ਰਿੜ ਕਰ ਲਿਆ। ਉਹ ਕਰਮ ਇਕੱਲਾ ਦ੍ਰਿੜ ਕੀਤਾ ਹੋਇਆ ਉਹ ਸਾਨੂੰ ਨਾਸਤਕ ਬਣਾ ਦਿੰਦੇ, ਉਹ ਸਾਨੂੰ ਮਨਮੁਖ ਕਰ ਦਿੰਦੇ। ਉਹ ਅਸੀਂ ਇੰਨਾ ਕਰਮ ਦੇ ਨਾਲ ਵੱਧ ਜਾਂਦੇ ਹਾਂ, ਜਿੰਨਾ ਅਸੀਂ ਇਕੱਠਾ ਕਰੀ ਜਾਂਦੇ ਹਾਂ ਉਹਨਾਂ ਸਾਡੇ ਅੰਦਰ ਹੋਰ ਹਉਮੈ ਹੋਰ ਹੰਕਾਰ ਵੱਧਦਾ ਜਾਂਦਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜੋ ਅਸੀਂ ਇਕੱਠਾ ਕਰਦੇ ਹਾਂ ਫਿਰ ਉਹਦੇ ਨਾਲ ਸਾਡਾ ਪਿਆਰ ਪੈ ਜਾਂਦਾ। ਕਿਉਂਕਿ ਜੀਵ ਇਕੱਠਾ ਵੀ ਤਾਂਹੀਓ ਕਰਦਾ ਹੈ ਜਿੱਧਰ ਨੂੰ ਜੀਵ ਦਾ ਪਿਆਰ ਹੈ ਉੱਧਰ ਨੂੰ ਭੱਜ ਕੇ ਜਾਂਦਾ। ਜਿੱਧਰ ਨੂੰ ਪਿਆਰ ਹੁੰਦਾ ਉਹ ਖਿੱਚ ਹੁੰਦੀ, ਮਨ ਉੱਧਰ ਨੂੰ ਖਿੱਚਿਆ ਜਾਂਦਾ। ਆਪਣੇ ਮਾਇਆ ਦੇ ਨਾਲ ਪਿਆਰ ਹੈ, ਇਸ ਕਰਕੇ ਉਹ ਮਾਇਆ ਦੇ ਵੱਲ ਨੂੰ ਖਿੱਚਿਆ ਜਾਂਦਾ, ਮਨ ਭੱਜਿਆ ਜਾਂਦਾ, ਉਹ ਮਾਇਆ ਖਿੱਚ ਲੈਂਦੀ ਮਨ। ਆਪਣੇ ਮਾਇਆ ਨੂੰ ਫਿਰ ਸਰਪਣੀ ਕਹਿੰਦੇ ਗੁਰਬਾਣੀ 'ਚ, ਵੀ ਇਹ ਸਰਪਣੀ ਜਿਹੜੀ ਬਿਨਾਂ ਦੰਦਾਂ ਤੋਂ ਹੀ ਸਾਡੇ ਮਨਾਂ ਨੂੰ ਖਾ ਜਾਂਦੀ, ਨਿਕਲ ਜਾਂਦੀ। ਮਾਰੇ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਬਈ ਮਨਮੁਖਾਂ ਨੂੰ ਤਾਂ ਖਾ ਗਈ ਮੋਹਣੀ ਮਾਇਆ, ਸਰਪਣੀ ਹੈ ਨਿਕਲ ਜਾਂਦੀ, ਬਿਨਾਂ ਦੰਦਾਂ ਤੋਂ ਹੀ ਖਾ ਜਾਂਦੀ ਮਨਾਂ ਨੂੰ। ਇਹ ਸਤਿਗੁਰੂ ਕਹਿੰਦੇ ਕੌਣ ਬਚੇ? ਜਿਨ੍ਹਾਂ ਨੇ ਸੱਚ ਅਤੇ ਨਾਮ ਦੇ ਨਾਲ ਚਿੱਤ ਲਾਇਆ, ਉਹ ਬਚ ਕੇ ਬਾਕੀ ਸਭ ਨੂੰ ਖਾ ਗਈ। ਮਾਰੇ ਕਹਿੰਦੇ ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ। ਇਸ ਕੀ ਸੇਵਾ ਜੋ ਕਰੇ, ਤਿਸ ਹੀ ਕੋ ਫਿਰ ਖਾਏ। ਵੀ ਇਹ ਮਾਇਆ ਨਾਗਣੀ ਸਰਪਣੀ, ਜਿਹੜੇ ਇਹਦੀ ਪੂਜਾ ਕਰਦੇ ਉਹਨਾਂ ਨੂੰ ਖਾ ਜਾਂਦੀ, ਉਹਨਾਂ ਨੂੰ ਨਿਗਲ ਜਾਂਦੀ। ਇਸ ਕਰਕੇ ਫਿਰ ਸਾਨੂੰ ਸਮਝਾਉਂਦੇ ਵੀ ਮਾਇਆ ਦੇ ਪੁਜਾਰੀ ਨਾ ਬਣੋ, ਮਾਇਆ ਦੀ ਪੂਜਾ 'ਤੇ ਨਾ ਲੱਗੇ ਰਹੋ। ਤੁਸੀਂ ਜੇ ਪੂਜਾ ਕਰਨੀ ਤਾਂ ਅਕਾਲ ਪੁਰਖ ਦੀ ਕਰੋ,
परमेश्वर की करो, वाहिगुरू की करो। जे तुसीं सिमरन करना तो माया नूं ही ना सिमरी जाओ, जिवें सिमरन सारी करदे ने। मनमुख है जिहड़ा वो सिमरन करदा माया दा, ते जिहड़े गुरमुख ने सिमरन वो भी करदे, वो अकाल पुरख दा करदे, परमेश्वर दा। इसलिए महाराज कहते ठाकर छोड़ दासी को सिमरे, मनमुख आंधा ज्ञाना। बई जिहड़ा मनमुख है, अंध ज्ञानी है, वो ठाकर मालक नूं छड्ड के वो दासी दा सिमरन लग्या होया कर, बई वो माया नूं ही सिमरी जांदा। ते जिहड़ा माया नूं सिमरदा, माया दी पूजा, ये माया नूं खा जाती है, निगल जाती, क्योंकि ये सरपणी है। इस वास्ते फिर सानू समझाउंदे सतगुरु भी तुसीं जे पूजा करनी तो मालक दी करो, तो नाम तो बिना पूजा नहीं होती। बिन नामे पूज ना होई, भी जे सानू नाम का भेत नहीं असीं पूजा किवें करांगे। इस वास्ते फिर आपां नूं कहंदे भी नाम का भेत लैके नाम दे नाल जुड़ो, भी सिमरन करो, पूजा कीजिए नाम ते आइए। भी पूजा की है, मालक का नाम, परमात्मा के नाम के नाल जुड़ना, ये साडे मन की पूजा है। जदों हुण असीं ये सिमरन करते हैं, जो सास गिरास ये सिमरन करांगे तो असीं नाम तक पहुँच जाएंगे। जदों नाम तक साडी सुरती पहुँच गई, फिर असीं नाम नूं सुणांगे, तो जदों नाम नूं सुणांगे, सुन सुन के नाम की सेवा है, वो शब्द गुरु की सेवा है। जिवें गुरबाणी गुरु की सेवा आपां सुन सुन के करते हैं, सतगुरु जो सानूं वचन कह रहे आपां गुरबाणी नूं ध्यान नाल सुणदे। जदों आपां सुणांगे, ये वचनां की धूड़ी साडे मन ते पएगी ते साडे मन की मैल उतरदी। इस तरह ही फिर जदों असीं सहज विच जांदे हाँ, वो मालक की जो आवाज़ परमात्मा के मुख की, वो परमात्मा के मुख की बाणी है, जिन्हों अनहद बाणी कहते, नाम कहते। सहज तुहानूं सच्चा शब्द, शब्द गुरु, नाद तूर कह दिता, वो मालक के मुख की बाणी परमात्मा के मुख के विचों प्रगट हो रही। जदों असीं उहनूं सुणांगे ते उदों असीं फिर वो सेवा करांगे, जिवें गुरबाणी गुरु की सेवा, गुरु साहिबान की आपां गुरबाणी गुरु नूं सुणदे हां, सेवा करदे हां। फिर वो शब्द गुरु की सेवा नाम की, फिर उन्होंने सुनांगे तो वो शब्द गुरु की सेवा, नाम की सेवा है। इस वास्ते फिर आपां नूं कहंदे भी वो पूजा करो, पूजा कीजिए नाम ते आइए, भी नाम नूं ध्याना। ध्याना किवें, भी जो मालक बोल रहे उन्होंने असीं सुनी जा, उन्होंने कहंदे ध्याना, आराधना, अंतर गुर आराधना। भी वो शब्द की आराधना करनी, नाम की आराधना करनी, नाम नूं ध्याना। मालक बोली जा रहे, ये असीं सुनी जाना। महाराज कहते शब्द सत, सत प्रभ बक्ता, सौरत सत सत जस सुनता। भी मालक बोल रहे, साडे मन ने सुनना, साडी सुरती ने सुनी जाना। जदों असीं सुनी जावांगे, उन्होंने सुन सुन के साडे मन की तृप्ति होंदी। सुन सुन नाम तुम्हारा प्रीतम, बई तेरे नाम नूं सुन सुन के जदों असीं सुणदे हां, साडे दुखां पापां दा नाश हो जांदा। सुने दुख पाप का नाश। जदों असीं नाम नूं सुणांगे, साडे सारे दुख पाप कला कलेशों खत्म हो जाणगे। इसलिए महाराज नाम की महिमा करदे, दुख भंजन तेरा नाम जी, दुख भंजन तेरा नाम।
ਬਈ ਅਸੀਂ ਭਲੇ ਹਾਰ ਜਾਈਏ ਨਾਮ ਤੋਂ, ਜਿਹਨੇ ਸਾਡਾ ਮਨ, ਸਾਡਾ ਤਨ, ਸਾਰਾ ਕੁਛ ਹੀ ਪਵਿੱਤਰ ਕਰ ਦੇਣਾ। ਇਸ ਲਈ ਮਹਾਰਾਜ ਕਹਿੰਦੇ ਹਉ ਵਾਰੀ ਹਉ ਵਾਰਨੇ ਕੁਰਬਾਨ ਤੇਰੇ ਨਾਮ ਨੂੰ। ਵੀ ਅਸੀਂ ਕੁਰਬਾਨ ਜਾਂਦੇ ਹਾਂ ਕੀ ਤੋਂ? ਤੇਰੇ ਨਾਮ ਤੋਂ। ਵੀ ਇਹ ਸਾਰੀ ਮਹਿਮਾ ਤੇਰੇ ਨਾਮ ਦੀ। ਜਿਵੇਂ ਭਗਤਾਂ ਨੇ ਆਖਿਆ ਵੀ ਜੇ ਅਸੀਂ ਪਾਪ ਨਾ ਕਰਦੇ ਫਿਰ ਕਿਹਨੇ ਕਹਿਣਾ ਸੀ ਤੇਰਾ ਨਾਮ ਹੈ ਜਿਹੜਾ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ। ਜੋ ਬੇ ਹਮ ਨਾ ਪਾਪ ਕਰੰਤਾ ਅਹੇ ਅਨੰਤ ਪਤਿਤ ਨਾ ਪਤਿਤ ਪਾਵਨ ਨਾਮ ਕੈਸੇ ਹੁੰਦਾ। ਬਈ ਜੇ ਅਸੀਂ ਪਾਪ ਨਾ ਕਰਦੇ, ਸਾਡੇ ਮਨ 'ਤੇ ਮੈਲ ਨਾ ਚੜ੍ਹਦੀ ਪਾਪਾਂ ਦੀ, ਤੇ ਫਿਰ ਕਿਹਨੇ ਕਹਿਣਾ ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ। ਬਈ ਇਸ ਕਰਕੇ ਪਾਪ ਨਹੀਂ ਵੱਡੇ, ਨਾਮ ਵੱਡਾ ਹੈ। ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ, ਸਾਡੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਖੰਡਨ ਹੋ ਜਾਂਦੇ। ਇਸ ਜਨਮ ਦੇ ਤਾਂ ਕੀ, ਪਿਛਲੇ ਕਰੋੜਾਂ ਜਨਮਾਂ ਦੇ ਸਾਡੇ ਸਾਰੇ ਕੀਤੇ ਹੋਏ ਪਾਪ ਜਿਹੜੇ ਉਹ ਨਾਮ ਨੇ ਕੱਟ ਦੇਣੇ, ਉਹ ਨਾਮ ਨੇ ਧੋ ਦੇਣਾ ਸਾਡੇ ਮਨ। ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਨਾਮ ਤੱਕ ਪਹੁੰਚੋ, ਉਹ ਨਾਮ ਨੂੰ ਸੁਣੋ, ਨਾਮ ਨੂੰ ਬੁੱਝੋ। ਔਰ ਉਹ ਨਾਮ ਤੱਕ ਪਹੁੰਚਣ ਵਾਸਤੇ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਜਦੋਂ ਅਸੀਂ ਸਿਮਰਨ ਕਰਾਂਗੇ, ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋਏਗਾ। ਆਹ ਜਿਹੜੀ ਭਾਸ਼ਾ ਜੋ ਅਸੀਂ ਬੋਲਦੇ ਹਾਂ, ਇਹ ਭਾਸ਼ਾ ਖਤਮ ਹੋ ਜਾਏਗੀ। ਜਿੱਥੇ ਉੱਥੋਂ ਜਾ ਕੇ ਅੱਗੇ ਨਾਮ ਸ਼ੁਰੂ ਹੁੰਦਾ। ਜੋ ਇਹ ਆਪਾਂ ਭਾਸ਼ਾ ਬੋਲਦੇ ਸੰਸਾਰ ਦੀ, ਜਿੱਥੇ ਭਾਸ਼ਾ ਖਤਮ ਹੋ ਗਈ, ਜਿੱਥੇ ਵਿਚਾਰ ਖਤਮ ਹੋ ਗਈ, ਉਸ ਤੋਂ ਅੱਗੇ ਨਾਮ ਨੇ ਸ਼ੁਰੂ। ਮਹਾਰਾਜ ਕਹਿੰਦੇ ਪੌਣ ਪਾਣੀ ਅਗਨੀ ਵਿਸਰਾਓ, ਤਹੀਂ ਨਰੰਜਨ ਸਾਚਾ ਨਾਓ। ਬਈ ਜਿੱਥੇ ਇਹ ਭਾਸ਼ਾ ਖਤਮ ਹੋ ਗਈ, ਉੱਥੋਂ ਅੱਗੇ ਨਾਮ ਨੇ ਸ਼ੁਰੂ ਹੋ ਜਾਣਾ। ਅਤੇ ਇਹ ਭਾਸ਼ਾ ਖਤਮ ਹੁੰਦੀ ਜਦੋਂ ਅਸੀਂ ਸਹਿਜ ਵਿੱਚ ਚੱਲੇ ਜਾਂਦੇ। ਜਦੋਂ ਹੁਣ ਆਪਾਂ ਸਿਮਰਨ ਕਰਾਂਗੇ, ਸਿਮਰਨ ਕਰਕੇ ਅਸੀਂ ਪਾਉਣ ਤੋਂ ਅੱਡ ਹੋ ਗਏ ਅਤੇ ਇਹ ਭਾਸ਼ਾ ਖਤਮ ਹੋ ਜਾਂਦੀ। ਕਿਉਂਕਿ ਇਹ ਭਾਸ਼ਾ ਜਿਹੜੀ ਇਹ ਪੌਣ ਪਾਣੀ ਵਸੰਤਰ ਦੁਆਰਾ ਪ੍ਰਗਟ ਹੁੰਦੀ। ਜਦੋਂ ਆਪਾਂ ਪਾਉਣ ਨੂੰ ਹੀ ਛੱਡ ਦਿੱਤਾ, ਇਹ ਭਾਸ਼ਾ ਖਤਮ ਹੋ ਗਈ। ਜਦੋਂ ਇਹ ਭਾਸ਼ਾ ਖਤਮ ਹੋ ਗਈ, ਉੱਥੇ ਭਾਸ਼ਾ ਜਿਹੜੀ ਅਕਾਲ ਪੁਰਖ ਦੀ, ਪਰਮਾਤਮਾ ਦੀ, ਜਿਹਨੂੰ ਅਨਹਦ ਬਾਣੀ ਕਹਿੰਦੇ, ਜਿਹਨੂੰ ਪਰਾ ਬਾਣੀ ਕਹਿੰਦੇ, ਪਾਰ ਬ੍ਰਹਮ ਦੀ ਬਾਣੀ, ਫਿਰ ਉਹ ਬਾਣੀ ਸਾਡੇ ਮਨ ਨੇ ਸੁਣਨੀ। ਉਹਨੂੰ ਸੁਣਨ ਵਾਸਤੇ ਫਿਰ ਇਸ ਲਈ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਕਰੋ, ਵੱਖਰੀ ਬਾਣੀ ਵਿੱਚ। ਜਿਹੜਾ ਇਹ ਆਪਾਂ ਬੋਲ ਕੇ ਉੱਚੀ ਕਰਦੇ, ਇਹਨੂੰ ਵੱਖਰੀ ਬਾਣੀ ਕਹਿੰਦੇ। ਫਿਰ ਜਦੋਂ ਆਪਾਂ ਥੋੜ੍ਹਾ ਸਹਿਜ ਵਿੱਚ ਆ ਜਾਂਦੇ, ਅੰਤਰਮੁਖੀ ਹੋ ਜਾਂਦੇ, ਸਾਡੀ ਸੁਰਤੀ ਕੰਠ 'ਤੇ ਆ ਜਾਂਦੀ, ਫਿਰ ਉਹਨੂੰ ਕਹਿੰਦੇ ਮੱਧਮ। ਫਿਰ ਅਸੀਂ ਹੋਰ ਅੰਤਰਗਤ ਹੋ ਗਏ, ਹੋਰ ਸਹਿਜ ਵਿੱਚ ਚਲੇ ਗਏ, ਫਿਰ ਉਹਨੂੰ ਪਸੰਤੀ ਬਾਣੀ ਕਹਿੰਦੇ। ਫਿਰ ਉੱਥੇ ਜਾ ਕੇ ਸਾਡੇ ਵਿਚਾਰ ਬਿਲਕੁਲ ਖਤਮ ਹੋ ਗਏ ਅਤੇ ਅੱਗੇ ਫਿਰ ਪਰਾ ਬਾਣੀ ਸ਼ੁਰੂ ਹੋ ਜਾਂਦੀ, ਉਹ ਪਾਰ ਬ੍ਰਹਮ ਦੀ ਬਾਣੀ, ਅਨਹਦ ਬਾਣੀ। ਫਿਰ ਅਸੀਂ ਉਹਨੂੰ ਸੁਣਨਾ। ਇਸ ਵਾਸਤੇ ਫਿਰ ਇਹ ਸਟੇਜਾਂ ਨੇ, ਪਹਿਲਾਂ ਵੱਖਰੀ ਬਾਣੀ ਵਿੱਚ, ਫਿਰ ਮੱਧਮਾਂ 'ਚ, ਫਿਰ ਪਸੰਤੀ ਅਤੇ ਫਿਰ ਪਰਾ ਬਾਣੀ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਵੀ ਪਹਿਲਾਂ ਬੋਲ ਕੇ ਸਿਮਰਨ ਕਰੋ, ਵੀ ਤਾਂ ਕਿ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਵੇ। ਜਦੋਂ ਵਿਚਾਰਾਂ ਤੋਂ ਰਹਿਤ ਹੋ ਗਈ, ਅਸੀਂ ਅੰਤਰਮੁਖੀ ਹੋ ਜਾਣਾ। ਆਹ ਹੁਣ ਕਿਵੇਂ ਅਸੀਂ ਅੰਤਰਮੁਖੀ ਹੋਣਾ, ਕਿਵੇਂ ਅਸੀਂ ਪਹਿਲਾਂ ਵੱਖਰੀ ਬਾਣੀ ਵਿੱਚ ਸਿਮਰਨ ਕਰਨਾ, ਉਹਦੇ ਵਾਸਤੇ ਮਹਾਰਾਜ ਇਹ ਆਪਾਂ ਨੂੰ ਸਾਸ ਗਿਰਾਸ ਕਹਿੰਦੇ ਵੀ ਬੋਲ ਕੇ ਪਹਿਲਾਂ ਬੋਲੋ ਅਤੇ ਆਪਦੀ ਕੰਨਾਂ ਦੁਆਰਾ ਆਵਾਜ਼ ਨੂੰ ਸੁਣੋ ਧਿਆਨ ਦੇ ਨਾਲ, ਤਾਂ ਕਿ ਸਾਡਾ ਮਨ ਬਾਹਰੋਂ ਅੰਤਰਮੁਖੀ ਹੋ ਜਾਏ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰੇ ਜਿਉਂ-ਜਿਉਂ ਆਪਾਂ ਇਹ ਸਿਮਰਨ ਕਰਾਂਗੇ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ ਜਾਏਗਾ, ਅਸੀਂ ਅੰਤਰਮੁਖੀ ਹੁੰਦੇ ਜਾਵਾਂਗੇ। ਜਿਉਂ-ਜਿਉਂ ਅਸੀਂ ਅੰਤਰਮੁਖੀ ਹੋਵਾਂਗੇ ਸਾਡਾ ਇਹ ਮਾਇਆ ਦੇ ਨਾਲੋਂ ਮੋਹ ਟੁੱਟਦਾ ਜਾਏਗਾ। ਇਸੇ ਵਰਤਾਈ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਇਹ ਮਨ ਦਾ ਮਾਇਆ ਦੇ ਨਾਲ ਘਨੇਰਾ ਮੋਹ ਪਿਆ ਪਿਆਰ ਪਿਆ ਬਈ ਇਹ ਕਿਵੇਂ ਸਾਡਾ ਮਨ ਇਹ ਤੋਂ ਯਾਦ ਹੋਵੇ ਵੀ ਇਹਦੇ 'ਤੇ ਵਿਚਾਰ ਕਰੋ ਵੀ ਕਿਵੇਂ ਸਾਡੇ ਮਨ ਦਾ ਨਵੇੜਾ ਹੋਵੇ। ਜੋ ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਇਸ ਮਨ ਮਾਇਆ ਕੋ ਨੇਹੋ ਘਨੇਰਾ ਕੋਈ ਬੂਝੋ ਗਿਆਨੀ ਕਰੋ ਨਵੇੜਾ। ਬਈ ਇਹ ਖੇਲ ਨੂੰ ਬੁੱਝੋ ਸਮਝੋ ਅਤੇ ਇਹਦੇ 'ਤੇ ਵਿਚਾਰ ਕਰੋ ਵੀ ਕਿਵੇਂ ਸਾਡਾ ਨਵੇੜਾ ਹੋਵੇ, ਕਿਵੇਂ ਸਾਡੀ ਖਲਾਸੀ ਹੋਵੇ, ਕਿਵੇਂ ਬੰਧਨਾਂ ਤੋਂ ਸਾਡਾ ਮਨ ਛੁੱਟੇ। ਜੇ ਅਸੀਂ ਇਹਨਾਂ ਬੰਧਨਾਂ 'ਚ ਹੀ ਵੱਜੇ ਰਹੇ ਮਾਇਆ ਦੇ ਵਿੱਚ ਹੀ ਇਹ ਸਰਪਣੀ ਇਹਨੇ ਨਿਗਲ ਜਾਣਾ ਸਾਡੇ ਮਨ ਅਤੇ ਫਿਰ ਅਸੀਂ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦੇ, ਅਸੀਂ ਵਾਪਸ ਫਿਰ ਜੂਨਾਂ 'ਚ ਚਲੇ ਜਾਵਾਂਗੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤੋਂ ਨਵੇੜਾ ਕਰਨ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ, ਸਾਨੂੰ ਸਾਧ ਸੰਗਤ ਕਰਨੀ ਪੈਣੀ, ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ, ਆਪਦੀ ਮੱਤ ਛੱਡਣੀ ਪੈਣੀ। ਜੇ ਅਸੀਂ ਆਪਦੀ ਮੱਤ ਵਰਤਾਂਗੇ ਅਤੇ ਆਪਦੀ ਮੱਤ ਵਰਤਦੇ ਕਰਕੇ ਇਹ ਮਾਇਆ ਦੇ ਨਾਲ ਅਸੀਂ ਮੋਹ ਪਾਇਆ ਪਿਆਰ ਪਾਇਆ। ਜੇ ਅਸੀਂ ਗੁਰੂ ਦੀ ਮੱਤ ਲੈ ਲਾਂਗੇ ਤਾਂ ਇਹੋ ਪਿਆਰ ਸਾਡਾ ਮਾਲਕ ਨਾਲ ਪੈ ਜਾਏਗਾ, ਪਰਮਾਤਮਾ ਦੇ ਨਾਲ ਪੈ ਨਾਮ ਦੇ ਨਾਲ ਪੈ ਜਾਏਗਾ। ਜੇ ਸਾਡਾ ਮਾਲਕ ਨਾਲ ਪ੍ਰੇਮ ਪੈ ਗਿਆ, ਪ੍ਰੀਤ ਪੈ ਗਈ, ਅਤੇ ਫਿਰ ਅਸੀਂ ਭਗਤੀ ਕਰ ਸਕਦੇ। ਭਾਈਓ ਮਹਾਰਾਜ ਕਹਿੰਦੇ ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸਤਿਗੁਰ ਨਾ ਲੱਗੇ ਪਿਆਰ। ਵੀ ਜੇ ਹੁਣ ਸਾਡੇ ਅੰਦਰ ਪ੍ਰੀਤ ਹੀ ਨਹੀਂ ਤਾਂ ਜੋ ਅਸੀਂ ਭਗਤੀ ਨਹੀਂ ਕਰਦੇ। ਭਾਈਓ ਜੀਵ ਕਹਿੰਦੇ ਵੀ ਸਿਮਰਨ ਹੁੰਦਾ ਨਹੀਂ, ਸੰਗਤ ਹੁੰਦੀ ਨਹੀਂ, ਕਿਉਂਕਿ ਉਹ ਪਿਆਰ ਨਹੀਂ ਹੈ।
ਜੇ ਪਿਆਰ ਹੋਵੇ ਤੇ ਪਿਆਰ 'ਚ ਤਾਂ ਜੀਵ ਖਿੱਚਿਆ ਚੱਲਾ ਹੁੰਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਪਿਆਰ ਸਾਡਾ ਮਾਲਕ ਦੇ ਨਾਲ ਪੈ ਜੇ, ਉਹਦੇ ਨਾਲ ਪ੍ਰੀਤ ਪੈ ਜੇ, ਉਹਦੇ ਵਾਸਤੇ ਫਿਰ ਇਹ ਬੇਨਤੀਆਂ ਜੋਦੜੀਆਂ ਜੋ ਇਹ ਆਪਾਂ ਸਿਮਰਨ ਕਰਦੇ ਹਾਂ, ਅਰਦਾਸਾਂ ਹੀ ਕਰਦੇ ਹਾਂ, ਬੇਨਤੀਆਂ ਹੀ ਕਰਦੇ ਨੇ, ਮਹਾਰਾਜ ਸਾਡੇ 'ਤੇ ਕਿਰਪਾ ਕਰ ਵੀ ਸਾਡਾ ਪਿਆਰ ਤੇਰੇ ਨਾਲ ਪੈ ਜੇ, ਸਾਨੂੰ ਪ੍ਰੇਮਾ ਭਗਤੀ ਬਖਸ਼ ਦੇ। ਉਹਦੇ ਵਾਸਤੇ ਫਿਰ ਜਿਵੇਂ ਭਗਤਾਂ ਨੇ ਬੇਨਤੀਆਂ ਕੀਤੀਆਂ, ਅਰਦਾਸਾਂ, ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਦੱਸਦੇ ਵੀ ਤੁਸੀਂ ਵੀ ਜੋਦੜੀਆਂ ਕਰੋ, ਬੇਨਤੀਆਂ ਕਰੋ। ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਹੂ, ਵੀ ਜੇ ਤਾਂ ਸਾਡੇ ਮਨ 'ਚ ਚਾਅ ਹੈ ਫਿਰ ਤਾਂ ਅਸੀਂ ਬੇਨਤੀਆਂ ਜੋਦੜੀਆਂ ਵੀ ਕਰਾਂਗੇ। ਜੇ ਮਿਲਣ ਦਾ ਚਾਅ ਨਹੀਂ ਤਾਂ ਬੇਨਤੀਆਂ ਨਹੀਂ, ਅਰਦਾਸਾਂ ਨੇ। ਇਸ ਵਾਸਤੇ ਉਹ ਫੇਰ ਹੀ ਹੁੰਦੀਆਂ ਜਦੋਂ ਅਸੀਂ ਜਿੰਨਾ ਸਿਮਰਨ ਕਰਾਂਗੇ ਵੱਧ ਤੋਂ ਵੱਧ, ਉਹ ਬੇਨਤੀਆਂ ਹੀ ਅਰਦਾਸਾਂ ਹੀ। ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ ਸਿਮਰਨ ਕਰਨਾ ਹੈ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਹੈ, ਖੋਜਣਾ ਹੈ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਗੁਰਮੁਖਾਂ ਨੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਗੁਰਬਾਣੀ ਗੁਰੂ ਦੁਆਰਾ, ਉਸੇ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਭੁੱਲੇ ਨਾ। ਮਨ ਭੁੱਲ ਜਾਂਦਾ, ਆਈਓ ਭੁੱਲੇ ਮਨ ਨੂੰ ਫਿਰ ਵਾਰ-ਵਾਰ ਚੇਤੇ ਕਰਾਉਂਦੇ, ਵਾਰ-ਵਾਰ ਯਾਦ ਕਰਾਉਂਦੇ ਵੀ ਭੁੱਲ ਨਾ। ਅਜੋਗ ਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਵੀ ਮਾਨਸ ਜਾਮੇ ਦਾ ਸਾਨੂੰ ਇਹੀ ਲਾਹਾ, ਅਸੀਂ ਮਾਲਕ ਨੂੰ ਭੁੱਲੀਏ ਨਾ ਇਹਦੇ ਵਿੱਚ। ਸੋ ਜੇ ਪਿਆਰ ਹੋਏਗਾ ਤਾਂ ਭੁੱਲਦਾ ਨਹੀਂ, ਜਦੋਂ ਪਿਆਰ ਨਹੀਂ ਤਾਂ ਭੁੱਲ ਜਾਂਦਾ। ਇਸ ਵਾਸਤੇ ਫਿਰ ਬੇਨਤੀਆਂ ਵੀ ਸਾਡਾ ਪਿਆਰ ਪੈ ਜੇ। ਸੋ ਇੰਨੀਆਂ ਹੀ ਬੇਨਤੀਆਂ ਨੇ। ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।